तेरी कमण कमण गुण कह कह गावा। तू साहिब गुणी विधाना। तुमरी महिमा वर्ण ना सको। तू ठाकुर ऊच भगवाना। वाहिगुरु साहिब जी फरीदा लोड़े दाख बिजुरिया। तिकर बीजे जट हंडे उन कताईंदा। पैदा लोड़े पट फरीदा लोड़े दाख बिजुरिया। किकर बीजे जट हंडे उन कताईंदा। पैदा लोड़े पट। परम सत्कारयोग गुरु प्यारे सत संगी जनों, धनता दे पात्र हो आप जी, जो कि शाम वेले सजे हुए गुरु दरबार दियां हाजरियां भरदियां होया सतगुरु की बाणी दे नाल अपनियां मनोवृत्तियां नूं एकाग्र करने लई यतनशील हो रहे हो। और रोजाना की तरह आप जी के सन्मुख गुरमत की रोशनी दे विच गुरबाणी दीयां विचारां साझियां करन दा सुभाग समा प्राप्त होया है। गुरबाणी अंदरों शेख फरीद जी के लड़ीवार सलोकां दे विचों चल रही लड़ीवार विचार मुताबक एक श्लोक मैं मंगल रूप विच आप नाल साझा कीता है, जिस विच भगत फरीद साहब ने बाहर की एक उदाहरण दे के साडे जीवन को प्रेरिया है, साडे जीवन की हालत को बयान किया है कि इस जीवन की की आदत है, जीवन का पत्थर केड़ा है, ते फिर बंदा आस फिर भी केड़ी रख के जी रहा, टुर किस राह ते रहा है, ते केड़ी मंजिल की आस बंदे ने रखी हुई है। लड़ीवार विचार जो पिछले श्लोकां में आप नाल साझी की है, उस संदर्भ में फरीद साहब ने जिथे गल समझाई है कि बंदिया जीवन बहुत कीमती है, बाशर्ते को जीवना सीखना। नाले भी दसिया है एक कीमती मिले हुए सवास रूपी जिहड़े तेल इन्हां दी संभाल किंज कीती जाए। गुरबाणी की रोशनी में इस पक्ष को असीं जानन दा यतन कीता है। आओ उस लड़ी को अगे रखण दा यतन करिए। विचारां को रखण तो पहला गुरु पातशाह जी की बख्शिश फतेह नाल साझ बनाई। आखो जी वाहिगुरू जी का खालसा वाहिगुरू जी की फतेह। गुरु प्यार वाले लड़ीवार विचार तहत असीं पिछले दीवान तो इस गल नूं जानन दा गुरु की बाणी विचों यतन कीता है। गुरबाणी किस जीवन को दुर्लभ मनती है, वो केड़ा जीवन है जिस बाबत सतगुरु की बाणी कहती हीरे जैसा जन्म है। जिस रूप कबीर साहब आखदे है मानस जन्म दुर्लभ है, वो केड़ा नाल की हदायतां दित्तियां है ऐसा बनन वास्ते, ऐसा बनन वास्ते की लोड़ींदा है। फरीद साहब के श्लोकां नूं पढ़ो उत्थे लगातार जिथे जिस श्लोक की अज विचार नाल साझ पाउणी है
ਇਸ ਤੋਂ ਪਹਿਲਾਂ ਲੰਘ ਚੁੱਕੇ ਸ਼ਲੋਕਾਂ ਵਿੱਚ ਲੜੀਵਾਰ ਦੋ ਪੱਖ ਫਰੀਦ ਸਾਹਿਬ ਨੇ ਸਾਂਝੇ ਕੀਤੇ ਹੈ। ਇੱਕ ਰਾਹ ਹੈ ਧਰਮ ਵਾਲਾ, ਇੱਕ ਰਾਹ ਹੈ ਧਰਮ ਵਾਲਾ, ਸੱਚ ਵਾਲਾ। ਉਸ ਯਥਾਰਥ ਦੀ ਗੱਲ ਕੀਤੀ ਹੈ ਜਿਸ ਤੋਂ ਬਾਣੀ ਨੇ ਬਾਰ-ਬਾਰ ਸਾਨੂੰ ਜਾਣੂ ਕਰਵਾਇਆ। ਇੱਕ ਰਾਹ ਹੈ ਦੁਨੀਆ ਵਾਲਾ, ਸੰਸਾਰੀ ਲੋਕਾਂ ਵਾਲਾ, ਗੁਰੂ ਤੋਂ ਧਰਮ ਤੋਂ ਪਿੱਠ ਕਰਕੇ ਜੂਣ ਵਾਲਾ ਰਸਤਾ ਹੈ, ਜਿਸ ਦੀ ਵਿਆਖਿਆ ਵਿੱਚ ਅਸੀਂ ਇਹ ਪੜ੍ਹ ਆਏ ਹਾਂ। ਜਦੋਂ ਫਰੀਦ ਸਾਹਿਬ ਆਖਦੇ ਦਰਵੇਸ਼ੀ ਗਾਖੜੀ ਸੁਭਾਅ ਕੀ ਬਣਿਆ ਹੈ, ਸੰਸਕਾਰ ਕਿੱਦਾਂ ਦੇ ਪੱਕੇ ਹੋ ਚੁੱਕੇ ਹੈ। ਦਰਵੇਸ਼ੀ ਗਾਖੜੀ ਹੋ ਗਈ, ਦਰਵੇਸ਼ੀ ਧਰਮੀ ਸੁਭਾਅ, ਧਰਮ ਦਾ ਰਸਤਾ, ਧਰਮ ਦਾ ਪੈਂਡਾ। ਧਰਮੀਆਂ ਵਾਲਾ ਜਿਹੜਾ ਸੁਭਾਅ ਹੈ ਉਹ ਔਖਾ ਲੱਗਦਾ ਹੈ, ਤਾਂ ਕਰਕੇ ਚੱਲਣਾ ਦੁਨੀਆ ਭੱਤ ਹੋ ਗਿਆ, ਦੁਨੀਆ ਦੇ ਭਾਂਤ, ਦੁਨੀਆ ਦੇ ਰਸਤੇ ਤੁਰ ਪਿਆ। ਫਿਰ ਜਿਵੇਂ ਦੁਨੀਆ ਦੇ ਲੋਕ ਕਰਦੇ ਸਨ, ਧਰਮ ਤੋਂ ਮੁਨਕਰ ਹੋ ਕੇ ਬਾਹਰ ਉਠਾਈ ਕੋਟੜੀ ਹੋਈ ਚੁੱਕ ਲਈ। ਐਸੀ ਵਿਕਾਰਾਂ ਦੀ, ਔਗਣਾਂ ਦੀ, ਸਵਾਰਥਾਂ ਦੀ, ਗਰਜਾਂ ਦੀ, ਖੁਦਗਰਜ਼ੀਆਂ ਦੀ ਕੋਟੜੀ ਐਸੀ ਚੁੱਕੀ, ਇਸ ਬੋਝ ਹੇਠ ਦੱਬਿਆ ਗਿਆ, ਭੁੱਲ ਗਿਆ ਮਕਸਦ, ਜੀਵਨ ਦਾ ਮਕਸਦ ਕੀ ਹੈ। ਇਸ ਜੀਵਨ ਨੂੰ ਕਮਾਉਣਾ ਕੀ ਸੀ, ਖੱਟਣਾ ਕੀ ਸੀ, ਕੀ ਵਿਹਾਜਣਾ ਸੀ, ਇਹਦਾ ਮਕਸਦ ਮਨੋਰਥ ਕੀ ਸੀ, ਭੁੱਲ ਬੈਠਾ। ਸਗੋਂ ਇਸ ਸਰੀਰ ਦਾ ਗਰੂਰ ਕਰਨ ਤੱਕ ਆ ਪਹੁੰਚੀਗਾ। ਪਰ ਬਾਣੀ ਨੇ ਗੱਲ ਆਖੀ ਹੈ, ਬੰਦਿਆ ਕਾਹਦਾ ਮਾਣ ਹੈ। ਕੱਲ ਦੇ ਦੀਵਾਨ ਵਿੱਚ ਵੀ ਕਬੀਰ ਸਾਹਿਬ ਦੇ ਬਚਨ ਸਾਂਝੇ ਕੀਤੇ ਸੀ। ਜਦੋਂ ਉਹਨਾਂ ਆਖਿਆ ਜਾਣ ਸਤ ਕਰ ਹੋਏ ਕੋ ਮਾਟੀ, ਆ ਮਿੱਟੀ ਦੀ ਢੇਰੀ ਦਾ ਗਰੂਰ ਕਰਨ ਵਾਲਿਆ, ਸੱਚ ਜਾਣ ਅਸਲੀਅਤ ਕੀ ਹੈ, ਜਿਸ ਨੂੰ ਬਹੁਤ ਵੱਡਾ ਕਰਕੇ ਤੂੰ ਸਮਝੀ ਬੈਠਾ ਹੈ। ਕੀਮਤ ਤਾਂ ਅੰਦਰ ਦੀ ਜਿਹੜੀ ਦੁਰਲਭਤਾ ਹੈ ਨਾ ਤੇਰੀ ਇਨਸਾਨੀਅਤ ਵਾਲੇ ਪੱਖ ਦੀ, ਚੰਗੇ ਗੁਣਾ ਭਰਪੂਰ ਦੇਵੀ ਜੀਵਨ ਦੀ, ਉਸ ਨੂੰ ਤੂੰ ਪਾਸਾ ਵੱਟ ਲਿਆ। ਜਿਹੜੇ ਪੱਖ 'ਚ ਤੂੰ ਜਿਉ ਰਿਹਾ ਨਾ, ਗੁਰੂ ਦੇ ਸ਼ੀਸ਼ੇ ਵਿੱਚੋਂ ਬੰਦਿਆ ਵੇਖੀ ਤੇ ਗੁਰੂ ਨੇ ਆਖਣਾ ਕਿ ਵੱਡੇ ਭਰਮ 'ਚ ਜੀ ਰਿਹਾ। ਸੁਖਮਨੀ ਸਾਹਿਬ ਦਾ ਪਾਠ ਪੜ੍ਹੋਗੇ ਨਾ, ਹਜ਼ੂਰ ਨੇ ਦੱਸਿਆ ਹੈ ਕਿ ਜੀਵਨ ਦੇ ਮਕਸਦ ਤੋਂ ਭੁੱਲਿਆ ਬੰਦਾ ਅਭਿਮਾਨ ਵਿੱਚ, ਹੰਕਾਰ, ਲੋਭ ਵਿੱਚ, ਜੋਬਨ ਤੇ ਗਰੂਰ ਵਿੱਚ ਭੁੱਲ ਬੈਠਦਾ ਹੈ ਕਿ ਇਹ ਜੀਵਨ ਦੀ ਕੀ ਕੀਮਤ ਹੈ। ਉਹ ਜੀਵਨ ਦਾ ਸਟੇਟਸ ਇਹਨਾਂ ਚੀਜ਼ਾਂ ਨਾਲ ਜੋੜ ਕੇ ਵੇਖਦਾ ਹੈ। ਸੁਖਮਨੀ ਸਾਹਿਬ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਜੀ ਬਚਨ ਕਰਦੇ ਹੈ ਨਾ, ਜਿਸਕੇ ਅੰਦਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਅਭਿਮਾਨ ਹੈ, ਹੰਕਾਰ, ਜਿਸਕੇ ਅੰਦਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਲਾਲਚਾਂ ਨਾਲ ਭਰੀ ਹੋਈ ਜ਼ਿੰਦਗੀ ਨੂੰ ਬਾਣੀ ਇਨਸਾਨ ਨਹੀਂ ਕਹਿੰਦੀ। ਗੁਰੂ ਪਾਤਸ਼ਾਹ ਜੀ ਕਹਿੰਦੇ ਨਰਕ ਵਰਗੀ ਜ਼ਿੰਦਗੀ ਜਿਉਣ ਵਾਲਾ ਹੈ ਮਨ ਕੁੱਤੇ ਦਾ ਸੁਭਾਅ ਚੁੱਕੀ ਫਿਰਦਾ, ਸਵਾਨ ਕੁੱਤੇ ਨੂੰ ਕਹਿੰਦੇ। ਬੰਦਾ ਕਹਿੰਦਾ ਧਨ ਦੌਲਤ ਮੇਰੇ ਕੋਲ ਬਹੁਤ ਹੈ, ਇਸ ਕਰਕੇ ਮੇਰੀ ਬਰਾਬਰੀ ਭਲਾ ਕੌਣ ਕਰ ਸਕਦਾ। ਪਰ ਬਾਣੀ ਨੇ ਨਾ ਜਦੋਂ ਵੇਖਣਾ, ਸਾਨੂੰ ਬਾਣੀ ਨੇ ਸਾਨੂੰ ਬਿਆਨਣਾ ਹੈ, ਗੁਰੂ ਨੇ ਸਾਡਾ ਅੰਦਰ ਵੇਖ ਕੇ ਦੱਸਣਾ, ਭਲਿਆ ਤੂੰ ਕਿਵੇਂ ਆ। ਪਹਿਰਾਵਾ ਮੇਰਾ ਚਿੱਟਾ ਹੈ, ਪਹਿਰਾਵਾ ਕਿਸੇ ਧਰਮ, ਕਿਸੇ ਮਜ਼ਹਬ ਨਾਲ ਸੰਬੰਧ ਰੱਖਣ ਵਾਲਾ ਹੈ, ਪਹਿਰਾਵਾ ਕੋਈ ਹੋਰ ਭਰਮ ਪਾ ਰਿਹਾ ਹੈ, ਗੁਰੂ ਨੂੰ ਇਹਦੇ ਨਾਲ ਲੈਣਾ ਦੇਣਾ ਨਹੀਂ ਕੋਈ। ਗੁਰੂ ਵੇਖਦਾ ਹੈ ਅੰਦਰ ਕੈਸਾ ਹੈ। ਜੇ ਅੰਦਰੋਂ ਲੋਭ ਨਾਲ, ਲਾਲਚ ਨਾਲ ਭਰਿਆ ਹੋਇਆ ਹੈ, ਗੁਰਬਾਣੀ ਨੇ ਫਿਰ ਇਹ ਨਾਮਣਾ ਦੇਣਾ ਹੈ, ਜਿਸਕੇ ਅੰਦਰ ਰਾਜ ਅਭਿਮਾਨ, ਸੋ ਨਰਕਪਾਤੀ ਹੋਵਸਵਾ। ਭਾਈ ਮੈਂ ਪਹਿਲਾਂ ਵੀ ਇਹ ਬੇਨਤੀ ਆਪ ਨਾਲ ਸਾਂਝੀ ਕਰ ਚੁੱਕਿਆ। ਮੇਰੀ ਕੌਮ ਨੇ ਜਿੰਨਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਨਾ, ਅੱਜ ਜਿੰਨਾ ਜਿਸ ਪੱਧਰ ਤੇ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ, ਜੇ ਇਹਨਾਂ ਜ਼ੋਰ ਸਮਝਣ ਵਾਲੇ ਪਾਸੇ ਲੱਗ ਜਾਂਦਾ ਤੇ ਬਾਣੀ ਦੀਆਂ ਬਹੁਤ ਸਾਰੀਆਂ ਘੁੱਟੀਆਂ, ਬੜੀਆਂ ਪਰਿਭਾਸ਼ਾਵਾਂ ਖੁੱਲ੍ਹ ਕੇ ਸਾਡੇ ਸਾਹਮਣੇ ਆ ਜਾਂਦੀਆਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਬਾਣੀ ਨਹੀਂ ਪੜ੍ਹਨੀ ਚਾਹੀਦੀ, ਬਾਣੀ ਵੱਧ ਤੋਂ ਵੱਧ ਪੜ੍ਹੇ, ਕੋਈ ਵੀ ਬਾਣੀ ਸਿੱਖ ਪੜ੍ਹੇ, ਰੋਜ਼ਾਨਾ ਵੱਧ ਤੋਂ ਵੱਧ ਬਾਣੀ ਪੜ੍ਹੇ। ਪਰ ਬਾਣੀ ਦੇ ਨਾਲ ਇਹ ਵੀ ਪੱਖ ਬਿਆਨਿਆ, ਪੜ੍ਹੇ ਨਾ ਹੀ ਭੇਦ ਬੁੱਝਿਆ ਪਾਵਨ, ਬੁੱਝਣ ਵਾਲੇ ਪਾਸੇ ਵੀ ਤੋਂ ਗਾਉਣ ਲਈ ਪ੍ਰੇਰਿਆ ਬਾਣੀ ਨੇ। ਪਰ ਕੀ ਜ਼ੁਬਾਨ ਗਾ ਕੇ ਬਸ ਕਰਦੇ ਇੱਥੋਂ ਤੱਕ ਹੀ ਇਹ ਮਕਸਦ ਨਾ। ਬਾਣੀ ਕਹਿੰਦੀ ਜੋ ਜ਼ੁਬਾਨ ਗਾ ਰਹੀ ਹੈ ਕਿ ਮਨ ਉਸ ਪਾਸੇ ਤੁਰ ਰਿਹਾ। ਆਈ ਬਾਣੀ ਨੇ ਜਦੋਂ ਗਾਣ ਲਈ ਆਖਿਆ, ਜਪਣ ਲਈ ਆਖਿਆ, ਆਰਾਧਨਾ ਲਈ ਆਖਿਆ, ਉੱਥੇ ਮਨ ਨੂੰ ਇਸ਼ਾਰਾ ਜ਼ਰੂਰ ਕਰ ਦਿੱਤਾ। ਜੇ ਜਪਣ ਤੋਂ ਆਖਿਆ ਜਪ, ਫਿਰ ਕਿਆ ਮਨ
सतनाम तू भी जप लिया कर, सदा सतनाम। जुबान चंद घड़ियां जप लेंदी, रख लेंदी, दावे हो जाते हैं, पर मना तू कितना कुछ जपदा है, गल तो इत्थे आण खड़ोती, क्योंकि तेरे जे अमल शुभ नहीं है, जे बोझ तू भी दुनिया वाला चुकी फिरदा है, फिर गुरु ने तेरी झोली विच आ नामना पढ़ा, आ नाम पढ़ा ते ਜਿਹੜਾ मैं जिक्र कर रहा सी सुखमनी साहिब दे विच गल जदों गुरु पातशाह ने आखी बंदिया जिस गल दा गुरूर चुकी फिरदा बाणी तेरा भरम कढ़दी है, जे अंदर राज दा धन दौलत दा गुरूर चुकी फिरदा, गुरु की जानदा तैनूं, जिसके अंदर राज गुमान सो नरक पापी होवत सुआर, जो जाने मैं जोबनवंत जोबन जवानी, मेरे वर्गी जवानी मेरे वर्गा सुहापण किसे ते नहीं आया। जवानी ने मान विच चूर होए वालों सतगुरु इशारा करके कहते जो जाना है मैं जोबनवंत सो होवत बिष्टा का चंत। बिष्टा गंदगी नूं कहते, गंदगी दे कीड़े तो वध नहीं है उहदी हैसियत, गंदगी च जी रहा, बुराइयां विच भिजया होया जीवन भी वड्डे वड्डे दावे कर रहा, ते सतगुरु कहते गंदगी दे कीड़े तो वध पाया नहीं तेरी, गंदगी दे कीड़े। गुरबाणी ने आ चिक्कड़ आ मोह नूं बुराइयां नूं चिक्कड़ गंदगी कह के कहा, पर गंदगी च रहण वाला भी वड्डियां वड्डियां फड़ा मार के आखदा मेरे वर्गा कोई नहीं। हजूर कहंदे पर गुरु दी निगाह च की सो होवत विस्ता का जन अगली गल आपस को कर्मवंत कहावे, अपने आप को बहुत कर्मवंत रखांदा, अपने आप दे विच ही वड्डा बड़ी बैठा है, मेरे वर्गा कोई कुछ नहीं कर सकता। गुरु ने एक लड़ी सामने बयानी ना, जो जानता है जोबनवंत सोवत विस्ता का जन आपस को कर्मवंत कहावे, जिहड़ा अपने आप को कर्मवंत खा रहा मेरे वर्गा कोई। हजूर आखदे ਉਹਦਾ जीवन जे तुसी आखो कि गुरु किवें दा बयान करदा है, गुरु पातशाह जी आखदे नहीं जन्म मरे और जोन परमावे, आ जमदिया होया ही मरिया वर्गी जिंदगी आत्मिक पत्थर ते रोजाना जमदा मरदा है। इंसाना वाली जून विच ना आया ही नहीं, जानो हट चम मास दा पुतला चुकी फिरदा है, पर इस जीवन विच जो भरिया होया है वो आवा गण दा गेड़ ही है। रोजाना पता नहीं सुभाव करके कितनियां जूना हो जन्म मरे बहुत जोन प्रभाव है, इस भटकना तो रह। अगली गल जिहड़ी आखी कि जीवन दा सोहना पाखा हासिल करन लई करना की पएगा, राह किहड़ा है, ते राह दस्सिया कर कृपा जिसके हृदय गरीबी वसावे, जिस दे मालक दी नजर हो जावे, जेड़ा जीवन ओदी कृपा दा पात्र बन जावे, जेड़ा जीवन मालक करते सच्चे नूं भा जावे, कर कृपा जिसके हृदय गरीबी वसावे, जेदे हृदय विच मालक दी दया नाल ओदी कृपा नाल। हालांकि कृपा के संदर्भ में असीं वड्डी व्याख्या पिछले दीवाना में साझी कर चुके हैं, कृपा का पात्र बनने वास्ते उहदे राह ते तुरना जरूरी है। मालक भा जावे मेरी इस जिंदगी नूं, मेरे जीवन नूं मालक दी विचार भली लगन लग पवे, फिर आ जीवन उहदी कृपा का पात्र होएगा। जिहदे राह ते तुर रहा मैं आखा मालक कोई उतों कोई ताकत मेरे ते शक्ति पा देवे ते मेरे जीवन विच तब्दीली हो जाए, इदां दी कोई कृपा दी उड़ीक सारी जिंदगी शायद करते रहिए, इदां दी कोई यतनशील खुद नूं होना पैना। गुरबाणी मैं सुनी है पढ़ी है, उहनूं अमल विच जदों तक नहीं लियाना फिर भी मैं किसी अगम्मी ताकत की कोई ऐसी वक्री कृपा की उड़ीक विच बैठा शायद भरम विच जी। पर हजूर आखदे ओहदी कृपा दा जी पात्र बन के हृदय विच गरीबी वस जाए, गरीबी वाला सुभाव भाव अंदरों निमर हो जाए, मेरा अंदर झुक जाए, जे अंदर नहीं झुकिया ना बाहरों भावें मेरा सिर रोज न्यो रहा, रोज झुक रहा, रोज नीवा हो रहा, इहनूं गरीबी सुभाव नहीं आखिया जाता। मैं बाहर के तौर पर कुछ चंद समा धर्मियों वाली वर्दी विच, धर्मियों वाले पहरावे विच, धर्मी लोगों वाले दायरे विच झुक झुक सलामा करना, झुक झुक नमस्कार फतेह जाना, बाहरों झुक रहा,
पर जे अंदरों ये सुभाव नहीं ते गरीबी सुभाव नहीं, हजूर आखदे पर जे ओदी किरपा दे पात्र बन के अंदरों गरीबी सुभाव पैदा हो गया, कहते नानक इहां आके सुख पावे। आ जिंदगी विच तां आ जीवन नूं तां जीवन मुक्त तां कर लैंदा है, उस मनुख दा अग्गा भी सबरदा है। इहां ये जीवन मतलब जिसका पहला कदम भला हो जाता, अग्गा अगे का मतलब मता कि उस व्याख्या वाले पासे तुर जाओ, इस मौत तो बाद कोई अग्गा सबरन की गल हो। मेरा आ जीवन है, आ पुटिया कदम है, ਇਹਦਾ ਜਦੋਂ ਕੱਲ ਨਤੀਜਾ आना ना, ਜਿਹੜੇ ਕੰਮ ਦੀ मैं रबता करदा वो जिस मुकाम ते जाके समाप्त होना वो अग्गा होए। सौखे लफ्जां च कह लईए आने वाला कल मेरे लिए अग्गा, अज तू मैं जी भला बनावांगा, आने वाला कल चंगा होएगा। पहला कदम चंगियाई वाले पासे उठांगा सुभावक है, अगला कदम आप ही उस मंजिल वाले पासे तुरेगा। जीवन को भला करने वास्ते हजूर आखदे ने इस अहंकार नूं, इस ईर्खा नूं, इन्हां बुराइयां नूं जिस दलदल विच फसिया होया इहदे तों कढना पएगा। पर फरीद साहब ने आखिया बन उठाई कोटली वाला सुभाव चुकिया है, ये नहीं देखदा इहदे विच आ जिहड़ी कोटली जिहड़ा बोझ सुरत विच आ सुरत दे विच चुकी फिरदा है, इहदे विच भला की है, चंगा की है, किहड़ा बोझ चुकी फिरदा है जिहदे करके मैं परेशान रहना, ये कोटली खोलण लई तैयार नहीं। पर गुरु बाणी विच कहते ने भलिया जे वक्त होवे खोल के वेखी इस कोटली नूं जिहड़ी कोटली बन्नी होई है। जब गुरु बाणी ने आखना लोक अवगुणा की बन्नै गठड़ी गुण ना व्याजे कोई, जे वक्त होए खोल के वेखी ता दुख कीआं पंडा खुलियां सुख ना निकले कोई आवेगा। पर फरीद साहब ने लड़ी अगे तुरदे आखिया कहते बंदे दे सुभाव विच इह गल शामिल हो चुकी, जेड़ा बंदा धर्म वाले पासे तुरदा नहीं ना, सच्चाई वाले पासे तुरन लई चित नहीं चाहता जेड़ा, फिर आस तो वो भी भले दी रखदा ना। माड़े काम करने वाला कदे चाहता कि मेरा बुरा होवे, चोरी करने वाला भी शायद भले दी आस रख के बैठा है, आने वाला कल मेरा चंगा होवे। माड़ा काम माड़े तो माड़ा काम करने वाला भी पिछे भले दी आस रखता है। किसी नाल बुरा करने वाला बहुत ही बार बुरा ही इस करके करता हुंदा कि बदले विच झोड़ी मेरे भला पै जाए। जिहड़ा दुश्मन है ना, ਇਹਨੂੰ ਕਿੱਦਾਂ ਹਰਟ ਕਰਾਂ, ਕਿੱਦਾਂ ਮੈਂ ਇਹਨੂੰ ਦੁਖੀ ਕਰਾਂ ਕਿ ਮੈਨੂੰ ਸਕੂਨ ਮਿਲੇ ਕਿ ਅੱਜ ਮੇਰਾ ਦੁਸ਼ਮਣ ਜਿਹੜਾ ਮੈਨੂੰ ਚੰਗਾ ਨਹੀਂ ਲੱਗਦਾ ਉਹ ਅੱਜ ਦੁਖੀ ਹੈ। ਮਨੁੱਖ ਤਾਂ ਬੁਰਾ ਕਰਕੇ ਵੀ ਭਲੇ ਦੀ ਆਸ ਰੱਖਦਾ, ਪਰ ਬਾਣੀ ਨਾਲ ਜਦੋਂ ਸਮਝਾਉਂਦੀ ਹੈ ਹਜ਼ੂਰ ਆਖਦੇ ਬੰਦਿਆਂ ਖੇਡ ਕਰਮਾਂ ਦੀ ਅਮਲਾਂ ਤੇ ਗੱਲ ਆਉਂਦੀ ਹੈ। ਆਸ ਕੱਲੀ ਰੱਖਿਆ ਕੁਝ ਨਹੀਂ ਹੋਣਾ। ਆ ਜੀਵਨ ਨੂੰ ਕਰਮਾ ਸੰਦੜਾ ਖੇਤ ਬਾਣੀ ਨੇ ਆਖਿਆ ਜੀਵਨ ਕਰਮਾ ਸੰਦੜਾ ਖੇਤ ਹੈ। ਇਹਦੇ ਵਿੱਚ ਜੋ ਬੀਜੇਗਾ ਤੇ ਪਾਣਾ ਹੋਈ ਪਏਗਾ। ਇਦਾਂ ਨਹੀਂ ਹੋਏਗਾ बुरा बीजन दे नाल मेरी आस भले दी, मैं आस ही रखता मेरा भला हो गया। हुण आस तां माड़ी कोई भी नहीं रखता, चोरी करने वाला भी, झूठ बोलने वाला भी झूठ इस करके बोल रहा, मशक्कत कीते बिना, सही पासे दा पेंडा ते कीते बिना, सौखे किसी कोई जिंदगी का ऐसा शॉर्टकट होवे जिहदे नाल मेरी झोली दे विच सुकून मिल जावे, खुशी मिल जावे, अच्छी शोहरत मिल जावे। हजूर आखदे नहीं, इस कर्मा संदड़े खेत विच जो बीजेगा सो वढणा पैणा। पर फरीद साहब आखदे कहंदे इत्थे हालत कुछ वखरी बंदे करदा कुछ आस फिर चंगे दी रखदा। फरीद साहब ने उदाहरण पहली दित्ती, कहंदे फरीदा लोड़े ताक बिजोरियां किकर बीजे जग। जिवें हालत ये हो चुकी है जिवें कोई जट, कोई किसान, कोई खेती करने वाला अपने खेत विच किकरां बीज रहा, किकर बीज रहा, कंडे बीज रहा, पर आस भले दी रखी है कि बिजौर इलाके दियां, बिजौर शहर दियां सोहणियां जिहड़ियां पूरियां सोहणियां दाखां है वो मैनूं मिल जावे। नहीं उदाहरण भावें वारी दित्ती, गल साडी इस जीवन खेत दी हो रही है, पर यह जीवन विच भी जे कंडे बीज रहा ना, आस फिर चंगे दी रखदा ना, चंगे दी आस लख रख। जे पापी बनिया होया ना, पापी सुभाव ने नतीजा
ਨਤੀਜਾ ਜਿਹੜਾ ਲੈਣਾ ਨਾ ਪਾਪੀ ਕਰਮ ਕਮਾਉਂਦੇ, ਇਹਦਾ ਨਤੀਜਾ ਕਰਦੇ ਹਾਏ ਹਾਏ ਹੋਣਾ ਜੀਵਨ ਵਿਚਲੀ। ਜੇ ਹਾਏ ਹਾਏ ਨਾ ਅੰਦਰ ਦੀ ਤੜਫਣਾ ਹੈ, ਭਟਕਣਾ ਹੈ, ਅੰਦਰੋਂ ਵਿਲਕਿਆ ਪਿਆ ਹੈ, ਅੰਦਰ ਦਾ ਜਿਹੜਾ ਤੇਰਾ ਅੰਦਰ ਦਾ ਸਕੂਨ ਹੈ ਉਹ ਖੋਇਆ ਹੋਇਆ ਪਿਆ, ਗੁਆਚਿਆ ਹੋਇਆ ਪਿਆ, ਇਹ ਸਮਝ ਲੈ ਤੇਰੇ ਕਰਮ ਦਾ ਨਤੀਜਾ ਹੈ, ਇਹ ਬੀਜਿਆ ਹੋਇਆ ਹੈ, ਇਹ ਬੀਜ ਰਿਹਾ ਰੋਜ਼ਾਨਾ ਦਾ ਜੋ ਕਰਮ ਹੈ ਨਾ ਸਾਡਾ ਜੋ ਬੀਜ ਰਿਹਾ, ਇਹਦਾ ਰਿਜ਼ਲਟ ਉਹੀ ਕੁਝ ਆਏਗਾ। ਤਾਂ ਇਹ ਹਜ਼ੂਰ ਨੇ ਆਖਿਆ ਖੇਤ ਸਰੀਰ ਜੋ ਬੀਜੀ ਹੈ ਅੰਤ ਖੁਰਵਾ ਆਏ। ਜੇ ਭਲਾ ਚਾਹਨਾ ਹੈ ਬੰਦਿਆ, ਚੰਗਿਆਈ ਦਾ ਰਾਹ ਤੇਰੇ ਸਾਹਮਣੇ ਹੈ। ਮੈਂ ਜ਼ਿਕਰ ਕਈ ਵਾਰ ਕਰਦਾ ਜਦੋਂ ਜਪਜੀ ਸਾਹਿਬ ਦੀ ਦੇ ਸ਼ਲੋਕ ਦੀ ਵਿਚਾਰ ਤੋਂ ਹਜ਼ੂਰ ਨੇ ਆਖਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਗੱਲ ਤਾਂ ਕਰਮੀ ਦੀ ਹੈ। ਜਿਸ ਪੱਲੇ ਜੋ ਹੈ ਭਾਂਡੇ ਵਿੱਚ ਜੋ ਪਾਇਆ, ਜੋ ਪਾਵੇ ਭਾਂਡੇ ਵਿੱਚ ਬਸ ਜੋ ਭਰ ਰਿਹਾ ਨਾ ਨਿਕਲੇਗਾ ਉਹ। ਜੇ ਜ਼ਹਿਰ ਭਰਨ ਵਾਲਾ ਇਸ ਭਾਂਡੇ ਨੂੰ ਟੇਢਾ ਕਰਨ ਲੱਗੇ ਇਹ ਆਸ ਰੱਖੇ ਕਿ ਉਹਦੇ ਵਿੱਚੋਂ ਅੰਮ੍ਰਿਤ ਨਿਕਲੇਗਾ, ਜੋ ਭਰਿਆ ਤੇ ਨਿਕਲਣਾ ਹੋਈ ਹੋ ਸਕਦਾ ਕਿਸੇ ਉਸ ਭਾਂਡੇ ਦੇ ਉੱਤੇ ਬਾਹਰ ਲੇਬਲ ਲਗਾਇਆ ਹੋਵੇ ਅੰਮ੍ਰਿਤ ਦਾ। ਹੁਣ ਬੰਦਾ ਕਿਸੇ ਭਾਂਡੇ ਵਿੱਚ ਸ਼ਰਾਬ ਪਾ ਕੇ ਉਹਦੇ ਤੇ ਅੰਮ੍ਰਿਤ ਲਿਖ ਦੇ, ਜ਼ਹਿਰ ਪਾ ਕੇ ਉਹਦੇ ਤੇ ਅੰਮ੍ਰਿਤ ਲਿਖ ਦੇਵੇ, ਹੁਣ ਜੋ ਪਾਇਆ ਨਿਕਲਣਾ ਤਾਂ ਉਹੀ ਹੈ ਨਾ। ਜੀਵਨ ਦੀ ਹਾਲਤ ਵੀ ਕਿਤੇ ਨਾ ਕਿਤੇ ਇੰਜ ਦੀ ਹੁੰਦੀ ਹੈ। ਬਾਹਰ ਤਾਂ ਪਹਿਰਾਵਾ ਭੁਲੇਖਾ ਮਾਰਿਆ ਹੁੰਦਾ ਕਿ ਆ ਜੀਵਨ ਅੰਮ੍ਰਿਤ ਹੈ, ਪਰ ਇਸ ਭਾਂਡੇ ਵਿੱਚੋਂ ਜਦੋਂ ਨਿਕਲਦਾ ਪਤਾ ਉਦੋਂ ਲੱਗਦਾ ਹੈ ਕਿ ਅੰਮ੍ਰਿਤ ਲਿਖਿਆ ਹੋਇਆ ਹੈ, ਵਿੱਚ ਹੈ ਨਹੀਂ। ਹੱਥ ਜੁੜੇ ਹੋਇਆਂ ਨੂੰ ਵੇਖ ਕੇ, ਸਿਰ ਝੁਕੇ ਹੋਏ ਨੂੰ ਵੇਖ ਕੇ, ਬਾਣੀ ਉੱਚੀ ਉੱਚੀ ਪੜ੍ਹਦਾ ਵੇਖ ਕੇ, ਹੱਥ ਵਿੱਚ ਬਾਲਾ ਫਿਰਦੀ ਵੇਖ ਕੇ, ਜਾਂ ਬਾਹਰੀ ਕੋਈ ਧਰਮ ਦੀ ਨਿਸ਼ਾਨੀ ਧਾਰਮਿਕ ਨਿਸ਼ਾਨੀ ਹੈ ਜਿਹੜੀ ਧਰਮੀ ਹੁਣ ਦਾ ਭੁਲੇਖਾ ਪਾ ਰਹੀ ਹੈ, ਉਸ ਨੂੰ ਵੇਖ ਕੇ ਕੋਈ ਬੰਦਾ ਸ਼ਾਇਦ ਵਕਤੀ ਤੌਰ ਤੇ ਇਸ ਭਰਮ ਵਿੱਚ ਹੋਵੇ ਕਿ ਬੰਦਾ ਬਹੁਤ ਭਲਾ ਹੋਏਗਾ। ਕਿਉਂ? ਕਿਉਂਕਿ ਇਹਦੀ ਬਾਹਰ ਦੀ ਜਿਹੜੀ ਦੇਖ ਹੈ ਨਾ ਇਹ ਦੱਸ ਰਹੀ ਹੈ। ਔਰ ਹੋ ਸਕਦਾ ਚੰਦ ਸਮੇਂ ਬਾਅਦ ਉਹਦੇ ਬੋਲਾਂ ਦੀ ਜਿਹੜੀ ਪਰਖਤਾ ਹੈ, ਉਹਦੇ ਅੰਦਰ ਦਾ ਫਿੱਕਾਪਨ ਹੈ, ਉਹਦੇ ਅੰਦਰ ਦੀ ਕੁੜੱਤਣ ਹੈ, ਉਹਦਾ ਸੁਭਾਅ ਹੈ, ਉਹਦੀ ਲਾਲਚੀ ਬਿਰਤੀ ਹੈ, ਉਹ ਦੱਸ ਜਾਵੇ ਕਿ ਬਾਹਰੋਂ ਭਾਂਡਾ ਹੀ ਚਮਕਦਾ ਸੀ, ਅੰਦਰੋਂ ਕਾਲਖ ਨਾਲ ਭਰਿਆ ਪਿਆ। ਬਾਹਰੋਂ ਅੰਮ੍ਰਿਤ ਦਾ ਸਟਿੱਕਰ ਹੀ ਲੱਗਿਆ ਹੋਇਆ ਹੈ, ਪਰ ਵਿੱਚ ਜੋ ਪਾਇਆ ਹੋਇਆ ਉਹ ਜ਼ਹਿਰ ਤੋਂ ਘੱਟ ਨਹੀਂ ਹੈ। ਹਜ਼ੂਰ ਨੇ ਵੀ ਆਖਿਆ ਕਿ ਬੰਦਿਆਂ ਜੋ ਬੀਜਿਆ ਹੈ ਉਹੀ ਹਾਸਲ ਹੋਣਾ ਹੈ। ਆਸ ਕਿੰਨੀ ਮਰਦੀ ਭਲੇ ਦੀ ਰੱਖ, ਜੇ ਭਲੇ ਦੀ ਆਸ ਰੱਖਦਾ ਤੇ ਕਦਮ ਵੀ ਭਲੇ ਵਾਲੇ ਪਾਸੇ ਪੁੱਟਣਾ ਪੈਣਾ। ਆਸ में चंगे गुण, जिवें एक विद्यार्थी है, एक स्कूल जाने वाला बच्चा है, जिहड़ा बच्चा नहीं चाहता कि मेरा नतीजा वधिया ना हो। हर बच्चा चाहता है मेरा नतीजा वधिया, भला वो पढ़ रहा है भावें नहीं, ਉਹਨੇ सारा साल मेहनत की है भावें नहीं, पर फिर भी वो कहता कोई ऐसी करामात हुई जाए सब तो भला मेरा नतीजा। कौन कहता मेरा माड़ा नतीजा है? आस सारे भले दी रखते हैं, पर उस आस से खरा कौन उतरता है? जिहड़ा उस मुकाबले की मेहनत नहीं करता, उस पत्थर की मेहनत नहीं करता, उस आस को पूरा करने लई उस तरह के कदम भी पुटदा है। वरना आस तो सारे रखते हैं, आस पूरी ना होने ते भावें वो दोष दूजे सिर बढ़ जान, पर हजूर आखदे हो नतीजा तो तेरे कर्मां दा, जो मैं किया सो मैं पाया। पर इदां हुंदा, हालांकि जो बीजे होंदा बंदा ਵੱਢ हो रहा होंदा, पर फिर भी कबूलना नहीं चाहता कि मैं बीजिया सी इस करके हुण मैं ही खा रहा। दोष दूजे सिर बढ़ रहा। हजूर आखदे दूजे सिर बढ़ के दुनिया की निगाह विच चंद समय लई बरी होण दे नाल अंदर दा सकून, अंदर दी गई हुई जिहड़ी मान इज्जत है वो वापस नहीं आनी। बंदियां मेहनत करनी पैनी है जे चाहना ना भला जीवन बनाउणा है। कलियां आसां ते ना टिकिया रिहा कर, कदम भी पुटिया कर, क्योंकि जिन्हां मंजिलां ते पहुंचना हुंदा है कदम दर कदम उस मंजिल वाल वधदे। कलियां गल्लां नहीं उस मंजिल दीयां करदे। जे रब्बी मंजिल नूं पाउणा है, जीवन नूं धर्मी बनाउणा है, सकून भरपूर बनाउणा है, उस पैंडे नूं तय भी करना पएगा। जे वडियाई दे पात्र होना ते चलना पैना, क्योंकि गुरु ने आखा ना सच्चे मार्ग विच चलदे हां, कलियां सच्चे मार्ग दीयां गल्लां करदे उस्तत करे जहान नहीं होना। मैं गल्लां कर छड्या करां कि सच दा मार्ग इदां दा, मेरा गुरु बड़ा महान है, मेरे गुरु विच आ वडियाईयां है। क्या नहीं साडा उस गुरु दीयां ਜਿਹੜੀਆਂ ਵਡਿਆਈਆਂ ਹੈ, ਜਿਹੜੀਆਂ ਗੁਰੂ ਦੀਆਂ ਸਿਫਤਾਂ ਹੈ,
ਜਿਹੜੀਆਂ ਸਿਫਤਾਂ ਮੇਰੀ ਜ਼ੁਬਾਨ ਕਰਦੀ ਹੈ ਉਹਨਾਂ ਵੱਲ ਧਿਆਨ ਦੇ ਕੇ ਆਪਣੇ ਆਪ ਨੂੰ ਵੀ ਤਬਦੀਲ ਕਰਨਾ ਪਏਗਾ। ਵਰਨਾ ਫਰੀਦ ਸਾਹਿਬ ਆਖਦੇ ਇੱਥੇ ਬਹੁਤਿਆਂ ਦੀ ਹਾਲਤ ਇਦਾਂ ਦੀ ਹੈ, ਬੀਜ ਦੇ ਕਿਕਰਾਂ ਨੇ ਤੇ ਭਾਵ ਦੇ ਵਿਜੌਰ ਸ਼ਹਿਰ ਦੀਆਂ ਦਾਖਾਂ, ਭਾਵ ਬੀਜ ਦੇ ਕੁਝ ਮਾੜਾ ਨੇ ਫਿਰ ਵੀ ਭਲੇ ਦੀ ਆਸ ਰੱਖਦੇ ਆ। ਕਹਿੰਦੇ ਹਾਲਤ ਸ਼ਾਇਦ ਇਦਾਂ ਦੀ ਹੋਵੇ ਜਿਵੇਂ ਹੰਢੇ ਉਹਨਾਂ ਕਤਾਈ ਦਾ ਪਹਿਲਾ ਲੂੜਾ ਪੱਟ, ਕੱਤਦਾ ਉਹਨੇ ਹੰਢਾਉਂਦਾ ਉਹਨੇ, ਸਾਰੀ ਜ਼ਿੰਦਗੀ ਉਹਨਾਂ ਨੂੰ ਹੰਢਾਉਂਦੇ ਆ, ਉਹਨਾਂ ਵਾਲਾ ਸੁਭਾਅ ਚੁੱਕੀ ਫਿਰਦਾ, ਉਸ ਉਹਨਾਂ ਨੂੰ ਆਪਣੇ ਪਿੰਡੇ ਤੇ ਪਾਈ ਫਿਰਦਾ। ਆਸ ਫਿਰ ਵੀ ਰੇਸ਼ਮ ਦੀ ਰੱਖਦਾ, ਭੇਡਾਂ ਪਾਲਣ ਵਾਲਾ ਆਸ ਰੇਸ਼ਮ ਦੀ ਰੱਖੇ ਤੇ ਇਹ ਉਹਦਾ ਭਰਮ ਹੋ ਸਕਦਾ ਹੈ। ਭੇਡਾਂ ਪਾਲਣ ਤੋਂ ਬਾਅਦ ਕਵੇ ਕਿ ਹੁਣ ਮੈਂ ਰੇਸ਼ਮ ਦੇ ਨਾਲ ਘਰ ਭਰ ਲੈਣਾ, ਉਹਦਾ ਭਰਮ ਹੋ ਸਕਦਾ। ਹੁਣ ਜੇ ਪਾਲੀਆਂ ਭੇਡਾਂ ਹੈ ਉਹਦੇ ਤੋਂ ਤਾਂ ਉਹ ਨਹੀਂ ਆ ਸਕਦਾ। ਹਜ਼ੂਰ ਇਸੇ ਤਰ੍ਹਾਂ ਆਖਦੇ ਜੋ ਸੁਭਾਅ ਪਾਲ ਰਿਹਾ ਨਾ, ਜੋ ਸੰਸਕਾਰ ਪੱਕੇ ਕਰ ਰਿਹਾ ਨਾ, ਨਤੀਜਾ ਉਸ ਦੀ ਤਰ੍ਹਾਂ ਹੀ ਹੋਣਾ ਹੈ। ਜੋ ਤੇਰੇ ਕਰਮ ਹੈ, ਕਰਮਾਂ ਮੁਤਾਬਕ ਹੀ ਤੇਰਾ ਨਤੀਜਾ ਆਏਗਾ। ਜੇ ਭਲੇ ਦੀ, ਜੇ ਚੰਗੇ ਦੀ ਆਸ ਰੱਖਦਾ ਹੈ, ਜੇ ਆਸ ਹੈ ਕਿ ਮੇਰੇ ਨਾਲ ਭਲਾ ਹੋਵੇ, ਜੇ ਸਕੂਨ ਚਾਹੁੰਦਾ, ਆਨੰਦ ਚਾਹੁੰਦਾ, ਟਿਕਾ ਚਾਹੁੰਦਾ ਹੈ, ਰੱਜ ਚਾਹੁੰਦਾ ਹੈ, ਇਹਦੇ ਵਾਸਤੇ ਜ਼ਰੂਰੀ ਹੈ ਜੀਵਨ ਦੇ ਵਿੱਚ ਚੰਗਿਆਈ, ਜੀਵਨ ਵਿੱਚ ਦੇਵੀ ਗੁਣ, ਜੀਵਨ ਦੇ ਵਿੱਚ ਉਸ ਮਾਲਕ ਦੀ ਸੱਚੀ ਵਿਚਾਰ ਨੂੰ ਲੈ ਕੇ ਆਉਣਾ ਪਏਗਾ। ਕੱਲੀਆਂ ਗੱਲਾਂ ਦੇ ਨਾਲ, ਕੱਲੀਆਂ ਆਸਾਂ ਦੇ ਨਾਲ ਮੰਜ਼ਲਾਂ ਨਹੀਂ ਮਾਰੀਆਂ ਜਾਂਦੀਆਂ, ਜੀਵਨ ਭਲੇ ਨਹੀਂ ਬਣਦੇ। ਹਜ਼ੂਰ ਪਾਤਸ਼ਾਹ ਕਰਨ ਜੀ ਗੁਰੂ ਬਾਣੀ ਨੂੰ ਪੜ੍ਹਦੇ ਆ, ਆਪਣੇ ਅਮਲਾਂ ਨੂੰ ਵੀ ਗੁਰੂ ਆਸ਼ੇ ਮੁਤਾਬਕ ਬਣਾਈਏ। ਗੁਰੂ ਬਾਣੀ ਨੂੰ ਪੜ੍ਹਦੇ ਆ, ਇਸ ਜੀਵਨ ਧਰਤੀ ਵਿੱਚ ਬੀਜ ਵੀ ਗੁਰੂ ਬਾਣੀ ਦੇ ਮੁਤਾਬਕ, ਗੁਰੂ ਦੀ ਸਿੱਖਿਆ ਦੇ ਬੀਜੀਏ। ਸਾਨੂੰ ਕਿਰਪਾ ਕਰਨੀ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ।